प्लेन ते लाइन दे विच एंगल फाइंड आउट करना आपां की यूज करना है sin थीटा n वेक्टर डॉट d वेक्टर अपॉन n वेक्टर दा मैग्नीट्यूड एंड d वेक्टर दा मैग्नीट्यूड ते दो प्लेन्स परपेंडिकुलर है तो उन्हां दे नॉर्मल वेक्टर्स दा डॉट प्रोडक्ट की होगा 0 किसी भी पॉइंट नु आपां 2D दे विच रिप्रेजेंट करना हुंदा है तो आपां नु दो कोऑर्डिनेट्स चाहिए है x एंड y जे किसी भी पॉइंट नु आपां 3D दे विच रिप्रेजेंट करना है तो आपां नु कितने कोऑर्डिनेट्स चाहिए है 3 नेक्स्ट देखते हैं आपां पुट अ परपेंडिकुलर फ्रॉम अ पॉइंट ऑन अ गिवन लाइन and image of the same point in that line. Hello Deltas, hope you all are doing well. Today we are here with the video on chapter 3D. It is an interesting chapter and let's make it an easy too. किसी भी पॉइंट ਨੂੰ ਆਪਾਂ 2D ਦੇ ਵਿੱਚ ਰਿਪਰੈਜ਼ੈਂਟ ਕਰਨਾ ਹੁੰਦਾ ਹੈ ਤਾਂ ਆਪਾਂ ਨੂੰ ਦੋ ਕੋਆਰਡੀਨੇਟਸ ਚਾਹੀਦੇ ਹੈ x and y ਜੇ ਕਿਸੇ ਵੀ ਪੁਆਇੰਟ ਨੂੰ ਆਪਾਂ 3D ਦੇ ਵਿੱਚ ਰਿਪਰੈਜ਼ੈਂਟ ਕਰਨਾ ਹੈ ਤਾਂ ਆਪਾਂ ਨੂੰ ਕਿੰਨੇ ਕੋਆਰਡੀਨੇਟਸ ਚਾਹੀਦੇ ਹੈ 3 ਤਾਂ ਦੇਖੋ ਦੋਵਾਂ ਨੂੰ ਆਪਾਂ ਸਾਈਮਲਟੇਨੀਅਸਲੀ ਦੇਖਦੇ ਹਾਂ ਤਾਂ ਦੇਖੋ ਆਪਣੇ ਕੋਲ 2D ਦੇ ਵਿੱਚ ਕੀ ਹੁੰਦਾ ਹੈ ਇੱਕ ਹੌਰੀਜ਼ੌਂਟਲ ਲਾਈਨ ਇੱਕ ਵਰਟੀਕਲ ਲਾਈਨ x ਐਕਸਿਸ ਐਂਡ y ਐਕਸਿਸ ਦੋਵੇਂ ਇੰਟਰਸੈਕਟ ਕਰਦੇ ਆ origin ਤੇ ਇੱਧਰ ਦੇਖੋ ਇੱਧਰ ਆਪਣੇ ਕੋਲ ਕੀ ਹੁੰਦੇ ਆ ਤਿੰਨ ਐਕਸਿਸ ਹੁੰਦੀਆਂ x ਐਕਸਿਸ y ਐਕਸਿਸ ਐਂਡ ਇਸ ਤਰ੍ਹਾਂ ਆਪਣੇ ਕੋਲ ਕੀ ਹੈ z axis and is ਦੇ ਪਿੱਛੇ ਕੀ ਹੈ negative z and इधर negative x and ਥੱਲੇ negative y ਤਾਂ ਦੇਖੋ ਆਪਣੇ ਕੋਲ ਕਿਸੇ ਵੀ ਪੁਆਇੰਟ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਦੋ ਕੋਆਰਡੀਨੇਟਸ ਨਾਲ a, b and 3D ਦੇ ਵਿੱਚ ਆਪਣੇ ਕੋਲ ਤਿੰਨ ਕੋਆਰਡੀਨੇਟਸ ਚਾਹੀਦੇ ਹੁੰਦੇ a, b and c ਤਾਂ ਹੋਰ ਕੀ ਦੇਖ ਸਕਦੇ ਆ ਆਪਾਂ 2D ਦੇ ਵਿੱਚ ਆਪਣੇ ਕੋਲ ਐਕਸਿਸ ਦੇ ਇੰਟਰਸੈਕਸ਼ਨ ਨਾਲ ਆਪਣੇ ਕੋਲ ਚਾਰ ਕੁਆਡਰੈਂਟਸ ਬਣਦੇ ਆ फर्स्ट सेकंड थर्ड एंड फोर्थ फर्स्ट ਦੇ ਵਿੱਚ ਕੀ ਹੁੰਦਾ ਹੈ x ਵੀ ਪੋਜ਼ਿਟਿਵ y ਵੀ ਪੋਜ਼ਿਟਿਵ ਸੈਕੰਡ ਦੇ ਵਿੱਚ ਆਪਣੇ ਕੋਲ ਕੀ ਹੈ x ਨੈਗੇਟਿਵ ਐਂਡ y ਆਪਣਾ ਪੋਜ਼ਿਟਿਵ ਥਰਡ ਦੇ ਵਿੱਚ x ਨੈਗੇਟਿਵ y ਨੈਗੇਟਿਵ ਐਂਡ ਫੋਰਥ ਦੇ ਵਿੱਚ ਕੀ ਹੈ x ਪੋਜ਼ਿਟਿਵ y ਨੈਗੇਟਿਵ ਸਿਮਿਲਰਲੀ ਆਪਾਂ ਨੂੰ 3D ਦੇ ਵਿੱਚ ਕੀ ਮਿਲਦਾ ਹੈ ਆਕਟੈਂਟਸ ਤਾਂ ਆਕਟੈਂਟਸ ਕਿੰਨੇ ਮਿਲਦੇ ਆ ਆਪਾਂ ਨੂੰ ਦੇਖੋ 8 ਆਕਟੈਂਟਸ ਮਿਲਦੇ ਆ x y z जितने पॉजिटिव है x y पॉजिटिव z नेगेटिव x and z पॉजिटिव y नेगेटिव y and z पॉजिटिव x नेगेटिव and x y नेगेटिव z पॉजिटिव फिर एक बार y पॉजिटिव एक बार x पॉजिटिव and जा तिन्ने नेगेटिव तो इस तरह अपन नु 8 ऑक्टेंट्स मिलते हैं तो अपन 8 ऑक्टेंट्स देख सकते हैं किवें है अपने कोल की है साइन दे अकॉर्डिंग दिते हुए नेक्स्ट देखो अपने कोल की है देखो अपने कोल x एक्सिस दी इक्वेशन की हुंदी सी y = 0 एंड y एक्सिस दी इक्वेशन की हुंदी सी x = 0 सिमिलरली 3D दे विच अपने कोल की है इक्वेशन ऑफ x एक्सिस अपने कोल की है y = 0 z = 0 इक्वेशन ऑफ y एक्सिस की है x = 0 z = 0 इक्वेशन ऑफ z एक्सिस की है x = 0 and y = 0 ਤਾਂ ਦੇਖੋ ਆਪਣੇ ਕੋਲ 2D ਦੇ ਵਿੱਚ ਕੋਈ ਵੀ ਪੁਆਇੰਟ x ਐਕਸਿਸ ਦੇ ਉੱਤੇ ਹੋਵੇ ਤਾਂ ਕਿਸ ਤਰ੍ਹਾਂ ਦਾ ਦਿਖਦਾ ਹੈ a, 0 and y ਐਕਸਿਸ ਤੇ 0, b ਤਾਂ ਸਿਮਿਲਰਲੀ ਆਪਣੇ ਕੋਲ 3D ਦੇ ਵਿੱਚ ਐਨੀ ਪੁਆਇੰਟ ਔਨ x ਐਕਸਿਸ ਕਿਸ ਤਰ੍ਹਾਂ ਦਾ ਦਿਖਦਾ ਹੈ x 0 0 and any point on y axis 0 y 0 and on z axis 0 0 z ਤਾਂ ਦੇਖੋ ਆਪਣੇ ਕੋਲ ਇਸ ਤਰ੍ਹਾਂ ਆਪਾਂ ਲਿਖ ਸਕਦੇ ਆ ਨੈਕਸਟ ਦੇਖੋ ਆਪਣੇ ਕੋਲ ਕੀ ਹੈ x y ਹੈ ਇਸ ਨੂੰ ਕੀ ਬੋਲਦੇ ਆਪਾਂ x y ਪਲੇਨ ਆਪਣੇ ਕੋਲ ਇਧਰ z ਹੈ ਇੱਥੇ x ਹੈ and this is called xz plane ਇੱਥੇ z ਹੈ ਇੱਥੇ y ਹੈ ਆਪਣੇ ਕੋਲ ਕੀ ਆ ਗਿਆ yz plane ਤਾਂ ਦੇਖੋ ਇਕੁਏਸ਼ਨ ਆਫ xy plane xy plane ਦੇ ਉੱਪਰ ਕੀ ਹੋਊਗਾ z = 0 yz plane ਦੀ ਇਕੁਏਸ਼ਨ x = 0 xz plane ਦੀ ਇਕੁਏਸ਼ਨ y = 0 ਤਾਂ ਦੇਖੋ ਇੱਕ ਵਾਰ ਰਿਵਾਈਜ਼ ਕਰਦੇ ਆ ਆਪਣੇ ਕੋਲ ਦੇਖੋ ਕੀ ਸੀ ਇਕੁਏਸ਼ਨ ਆਫ xy plane ਦੀ ਇਕੁਏਸ਼ਨ z = 0 yz ਦੀ x = 0 xz ਦੀ y = 0 ਤੇ x axis ਦੀ ਇਕੁਏਸ਼ਨ y0 z0 y axis ਦੀ x0 z0 and z axis ਦੀ x0 y0 and ਇਸ ਤਰ੍ਹਾਂ ਆਪਾਂ ਕਿਸੇ ਵੀ ਪੁਆਇੰਟ ਨੂੰ ਆਪਾਂ ਰਿਪਰੈਜ਼ੈਂਟ ਕਰ ਸਕਦੇ ਆ
x ਐਕਸਿਸ ਦੇ ਉੱਤੇ y ਐਕਸਿਸ ਦੇ ਉੱਪਰ ਜਾਂ z ਐਕਸਿਸ। ਆਪਾਂ ਇਹਨਾਂ 8 ਆਕਟੈਂਟਸ ਨੂੰ ਵਿਜ਼ੂਅਲਾਈਜ਼ ਕਰਦੇ ਹਾਂ। 3D ਦੇ ਵਿੱਚ ਥੋੜਾ ਵਿਜ਼ੂਅਲਾਈਜ਼ ਕਰਨਾ ਡਿਫਿਕਲਟ ਹੁੰਦਾ ਹੈ, ਬਟ ਤੁਸੀਂ ਮੇਰੀ ਇਨਸਟਰਕਸ਼ਨਸ ਨੂੰ ਫੋਲੋ ਕਰੋ ਐਂਡ ਆਪਾਂ 8 ਆਕਟੈਂਟਸ ਦੇਖਦੇ ਹਾਂ। ਤਾਂ ਦੇਖੋ ਆਪਣੇ ਕੋਲ ਕੀ ਹੈ, ਬਲੈਕ ਮਾਰਕਰ ਸ਼ੋ ਕਰ ਰਿਹਾ ਆਪਣੇ ਕੋਲ ਪੋਜ਼ਿਟਿਵ x ਐਕਸਿਸ ਐਂਡ ਦਿਸ ਸਾਈਡ ਆਪਣੇ ਕੋਲ ਕੀ ਹੈ, ਨੈਗੇਟਿਵ x ਐਕਸਿਸ। this is called positive y axis। ਇਧਰਲੇ ਪਾਸੇ ਕੀ ਹੈ ਆਪਣੇ ਕੋਲ ਨੈਗੇਟਿਵ y axis। ਆਪਾਂ positive y and positive x axis ਸ਼ੋ ਕੀਤੀ ਹੋਈ ਹੈ। ਤਾਂ ਦੇਖੋ this is called positive z axis and ਇਹਦੇ ਨੀਚੇ ਕੀ ਆਪਣੇ ਕੋਲ negative z axis। ਤਾਂ ਇਸ ਤਰ੍ਹਾਂ ਦੇਖੋ ਆਪਣੇ ਕੋਲ ਕੁਝ ਇਸ ਤਰ੍ਹਾਂ ਦਾ ਬਣਿਆ ਹੋਇਆ ਐਂਡ ਆਪਣੇ ਕੋਲ ਇੱਧਰ ਦੇਖੋ ਤਾਂ ਜੇ ਆਪਾਂ ਇਸ ਤਰ੍ਹਾਂ ਰੱਖਦੇ ਆ, ਇੱਕ ਦਿਸ ਇਧਰਲੀ ਸਾਈਡ, ਇੱਕ ਇੱਧਰ ਸਾਈਡ, ਇੱਕ ਇੱਧਰ ਰੂਮ, ਇੱਕ ਇੱਧਰ ਰੂਮ, 4 ਉੱਪਰ ਰੂਮ ਬਣ ਜਾਣਗੇ ਐਂਡ 4 ਹੀ ਰੂਮ ਆਪਣੇ ਕੋਲ ਕੀ ਮਿਲਣਗੇ ਨੀਚੇ। ਇੱਕ ਕਿਊਬॉइड ਬਣਾਇਆ ਹੋਇਆ ਹੈ ਐਂਡ ਆਪਾਂ ਇਸ ਦੇ ਕੋਆਰਡੀਨੇਟਸ ਲਿਖਦੇ ਆ। ਤਾਂ ਕਿਵੇਂ ਲਿਖਾਂਗੇ, ਦੇਖੋ ਆਪਣੇ ਕੋਲ ਕੋਈ ਵੀ ਜਨਰਲ ਪੁਆਇੰਟ P ਦਿੱਤਾ ਹੋਇਆ ਹੈ, ਸਪੇਸ ਦੇ ਅੰਦਰ ਹੈ, ਜਿਹਦੇ ਕੋਆਰਡੀਨੇਟਸ ਕੀ ਹੈ A B and C। ਆਪਾਂ ਬਾਕੀ ਕੋਆਰਡੀਨੇਟਸ ਲਿਖਾਂਗੇ ਤਾਂ ਦੇਖੋ ਕਿਵੇਂ ਲਿਖਾਂਗੇ। ਤਾਂ ਦੇਖੋ ਆਪਣੇ ਕੋਲ ਕੀ ਹੈ, x ਐਕਸਿਸ ਦੇ ਉੱਪਰ ਇਹ ਪੁਆਇੰਟ, ਤੇ ਕਿਸ ਤਰ੍ਹਾਂ ਦਾ ਦਿਖੂਗਾ A 0 0। this point is on y axis 0, b, 0। ਆ ਪੁਆਇੰਟ ਆਪਣੇ ਕੋਲ z ਐਕਸਿਸ ਤੇ ਹੈ 0, 0, c। ਐਂਡ ਨੈਕਸਟ ਦੇਖੋ ਆਪਣੇ ਕੋਲ ਆਪਣੇ ਇਸ ਪੁਆਇੰਟ ਤੋਂ ਇੱਕ ਆਪਾਂ ਪਰਪੈਂਡੀਕੂਲਰ ਡਰਾ ਕੀਤਾ ਹੈ, ਜਾਂ ਆਹ ਵਾਲੀ ਲਾਈਨ ਕਿਹਦੇ ਪੈਰਲਲ ਹੈ, ਆਪਣੇ y ਐਕਸਿਸ ਦੇ, y ਐਕਸਿਸ ਦੇ ਪੈਰਲਲ ਹੈ। ਤੇ ਇਹ ਕੋਆਰਡੀਨੇਟ ਕੀ ਹੋ ਜਾਣਗੇ a, 0, c। y ਐਕਸਿਸ ਦੇ ਪੈਰਲਲ ਸੀ ਤਾਂ y ਵਾਲਾ ਕੋਆਰਡੀਨੇਟ 0। ਸਿਮਿਲਰਲੀ ਆਹ ਲਾਈਨ ਆਪਾਂ ਕੀ ਕੀਤੀ ਹੈ, ਆਪਣੇ ਕੋਲ z ਐਕਸਿਸ ਦੇ ਪੈਰਲਲ ਹੈ ਤੇ ਇਹਦੇ ਕੋਆਰਡੀਨੇਟਸ ਕੀ ਹੋਣਗੇ a, b, 0। ਸਿਮਿਲਰਲੀ ਆਪਣੇ ਕੋਲ ਆਹ ਵਾਲੀ ਲਾਈਨ ਕੀ ਹੈ, ਆਪਣੇ ਕੋਲ x ਐਕਸਿਸ ਦੇ ਪੈਰਲਲ ਹੈ ਤੇ 0, b, c। ਤੇ ਇਸ ਤਰ੍ਹਾਂ ਆਪਾਂ ਕੋਆਰਡੀਨੇਟਸ ਲਿਖ ਸਕਦੇ ਹਾਂ ਇੱਕ ਕਿਊਬॉइड ਦੇ। ਜਿਸ ਰੂਮ ਦੇ ਅੰਦਰ ਤੁਸੀਂ ਬੈਠੇ ਹੋ ਆਪੋਜ਼ਿਟ ਕਾਰਨਰਸ ਨੂੰ ਮੀਟ ਕਰੋ ਐਂਡ ਵੀ ਵਿਲ ਗੈਟ 4 ਡਾਇਗਨਲ ਮਿਲਣਗੇ ਆਪਾਂ ਨੂੰ ਆਪਣੇ ਰੂਮ ਦੇ ਅੰਦਰ। ਇਮੇਜਿਨ ਕਰੋ ਉੱਪਰ ਵਾਲੇ ਕਾਰਨਰ ਨੂੰ, ਨੀਚੇ ਵਾਲੇ ਕਾਰਨਰ ਨੂੰ, ਉੱਪਰ ਵਾਲੇ ਕਾਰਨਰ ਨੂੰ ਦੇ ਨੀਚੇ ਐਂਡ ਦਿਸ ਵਨ ਅਪ, ਉਧਰ ਡਾਊਨ, ਇੱਧਰ ਅਪ, ਇੱਧਰ ਡਾਊਨ। ਤੇ ਇਸ ਤਰ੍ਹਾਂ ਤੁਸੀਂ ਦੇਖੋਗੇ ਆਪਾਂ ਨੂੰ 4 ਡਾਇਗਨਲਸ ਮਿਲ ਜਾਣਗੇ। ਤੇ ਨੈਕਸਟ ਦੇਖੋ ਆਪਣੇ ਕੋਲ ਕੁਝ ਰਿਜ਼ਲਟਸ ਹੈ। ਤਾਂ ਦੇਖੋ any point in xy plane, ਆਪਾਂ ਨੂੰ ਪਤਾ ਹੈ xy plane ਦੇ ਅੰਦਰ ਕੀ ਹੁੰਦਾ ਹੈ, z ਕੋਆਰਡੀਨੇਟ 0। ਤਾਂ ਆਪਾਂ xy plane ਦੇ ਅੰਦਰ ਕੋਈ ਪੁਆਇੰਟ ਆਪਾਂ ਨੂੰ ਕਿਸ ਤਰ੍ਹਾਂ ਦਾ ਨਜ਼ਰ ਆਊਗਾ a, b, 0। z ਵਾਲੀ ਚੀਜ਼ 0। ਜੇ yz plane ਦੇ ਅੰਦਰ ਤਾਂ 0, b, c। xz plane ਦੇ ਅੰਦਰ a, 0, c। ਤਾਂ जिस प्लेन दे अंदर पॉइंट देख रहे हैं, xy प्लेन दे अंदर देख रहे हैं z वाला कोऑर्डिनेट 0, yz प्लेन दे अंदर देख रहे हैं x वाला कोऑर्डिनेट 0, xz प्लेन दे अंदर अपने को y वाला कोऑर्डिनेट 0। तो नेक्स्ट देखो डिस्टेंस ऑफ अ पॉइंट फ्रॉम x एक्सिस। ਆਪਾਂ डिस्टेंस ਕੱਢਣਾ x एक्सिस ਤੋਂ, जे डिस्टेंस x एक्सिस ਤੋਂ ਕੱਢ ਰਹੇ ਆ तो अपने को दूसरे 2 कोऑर्डिनेट्स का स्क्वायर करके ऐड। नेक्स्ट देखो डिस्टेंस y एक्सिस तो देख रहे हैं तो a² प्लस c²। नेक्स्ट है z एक्सिस तो a² प्लस b², इजी है। नेक्स्ट देखो डिस्टेंस ऑफ दिस पॉइंट फ्रॉम xy प्लेन। xy प्लेन तो डिस्टेंस देख रहे हैं तो अपने को आंसर आऊगा c। बट अपन को पता है डिस्टेंस हमेशा की होता है पॉजिटिव, तो ਇੱਥੇ ਆਪਾਂ ਕੀ ਲੈਣਾ ਹੈ mod of c। yz प्लेन है mod of a, जे zx प्लेन है तो अपने को ਕੀ ਆ ਗਿਆ mod of b। image of a point this in xy plane। इमेज ਕਿਹਦੇ ਚ ਲੈ ਰਹੇ ਆ xy plane ਚ, तो z ਦਾ ਸਾਈਨ ਚੇਂਜ ਕਰ ਦੋ a, b, -c। yz है x वाले कोऑर्डिनेट ਦਾ ਸਾਈਨ ਚੇਂਜ ਕਰ ਦੋ, we will get -a, b and c।
एक्स जेड प्लेन है तो अपने कोल a, -b, c इस तरह आप लिख सकते हैं। नेक्स्ट देखो जी आप एक यूनिट क्यूब नो इमेजिन करिए क्यूबॉइड की जगह क्यूब तो देखो एंगल बिटवीन द डायगोनल्स ऑफ द क्यूब डायगोनल्स कितने सी 4 तो ना डायगोनल्स दे विच एंगल कितना अपने कोल ए रिजल्ट है। वैसे आप फाइंड आउट भी कर सकते हैं की हुंदा है cos इनवर्स प्लस माइनस 1/3 एंड जे डायगोनल दे साइड दे विच कह रहे हैं cos इनवर्स प्लस माइनस 1/√3। जल्दी जल्दी इन्ना सारे रिजल्ट्स ਨੂੰ ਰਿਵਾਈਜ਼ ਕਰ ਲੈਣੇ ਆ। ਤੇ ਦੇਖੋ ਜੇ ਡਿਸਟੈਂਸ ਆਪਾਂ x ਐਕਸਿਸ ਤੋਂ ਦੇਖ ਰਹੇ ਆ ਤਾਂ ਦੂਜੇ ਦੋ ਕੋਆਰਡੀਨੇਟਸ ਸਕੁਅਰ ਕਰਕੇ ਐਡ y ਐਕਸਿਸ ਤੋਂ ਦੇਖ ਰਹੇ ਸੀ ਤਾਂ a ਤੇ c ਦਾ ਸਕੁਅਰ ਕਰਕੇ ਐਡ ਦੈਨ z ਤੋਂ ਦੇਖ ਰਹੇ ਆ a² + b²। ਜੇ ਆਪਾਂ डिस्टेंस कटना xy प्लेन तो z वाला आंसर आ जाऊगा बट ओदा की लेना मॉड क्योंकि डिस्टेंस हमेशा की हुंदा है पॉजिटिव। yz प्लेन है तो x वाला कोऑर्डिनेट आ जाऊगा xz प्लेन है तो अपने को y वाला कोऑर्डिनेट। जी इमेज देख रहे हैं xy प्लेन के अंदर z का साइन बदल दो yz प्लेन के अंदर x का साइन बदल दो xz प्लेन के अंदर ले रहे हैं तो आप y का साइन चेंज कर दो। तो इत्थे आपां नूं पता है जे किसी भी पॉइंट ਨੂੰ ਆਪਾਂ xy प्लेन ਦੇ ਅੰਦਰ ਲੈਣਾ ਆਪਾਂ ਨੂੰ ਪਤਾ ਹੈ xy प्लेन ਦੇ ਅੰਦਰ z0 z ਦੀ ਜਗ੍ਹਾ 0 yz प्लेन ਦੇ ਅੰਦਰ ਆਪਾਂ ਇੱਥੇ ਕੀ ਲੈਣਾ ਹੈ x0 xz प्लेन ਦੇ ਅੰਦਰ ਆਪਾਂ ਕੀ ਲੈਣਾ ਹੈ y0 एंड एंगल बिटवीन द डायगोनल्स ਹੁੰਦਾ cos इनवर्स प्लस माइनस 1/3 जो डायगोनल एंड साइड है cos इनवर्स प्लस माइनस 1/√3। नेक्स्ट देखते हैं व्हाट आर डायरेक्शन कोसाइंस एंड व्हाट आर डायरेक्शन रेशियोज ऑफ अ लाइन। तो ਆਪਾਂ ਪਹਿਲਾਂ ਇੱਕ ਵਾਰ ਵੈਕਟਰ ਨੂੰ ਲੈ ਕੇ ਚੱਲਦੇ ਹਾਂ। तो ਸਪੋਜ਼ ਕਰੋ ਆਪਣੇ ਕੋਲ r ਵੈਕਟਰ ਹੈ ਇਹ ਵੈਕਟਰ ਆਪਣੇ ਕੋਲ ਕੀ ਸ਼ੋ ਕਰ ਰਿਹਾ ਪੋਜੀਸ਼ਨ ਵੈਕਟਰ ਹੈ ਆਪਣੇ ਕੋਲ ਕਿਸੇ ਵੀ ਪੁਆਇੰਟ p ਦਾ p ਪੁਆਇੰਟ ਦਾ ਪੋਜੀਸ਼ਨ ਵੈਕਟਰ ਕੌਣ ਹੈ op ਐਂਡ ਰਿਪਰੈਜ਼ੈਂਟ ਕੀਤਾ ਆਪਾਂ r ਵੈਕਟਰ ਨਾਲ। ਤਾਂ ਆਪਣੇ ਕੋਲ r ਵੈਕਟਰ x एक्सिस ਦੇ ਨਾਲ ਅਲਫਾ ਐਂਗਲ ਬਣਾ ਰਿਹਾ ਹੈ y ਨਾਲ ਬੀਟਾ ਐਂਡ z ਨਾਲ ਕਿੰਨਾ ਬਣਾ ਰਿਹਾ ਹੈ ਗਾਮਾ। तो cos ऑफ अल्फा cos ऑफ बीटा cos ऑफ गामा ਇਹਨਾਂ ਨੂੰ ਕੀ ਬੋਲਾਂਗੇ ਆਪਾਂ डायरेक्शन कोसाइंस। ਤੇ डायरेक्शन कोसाइंस ਨੂੰ ਆਪਾਂ ਰਿਪਰੈਜ਼ੈਂਟ ਕਰਦੇ ਆ lmn n ਨਾਲ। ਆਪਣੇ ਕੋਲ ਰਿਜ਼ਲਟ ਹੈ cos² अल्फा + cos² बीटा + cos² गामा ਕੀ ਹੁੰਦਾ 1। तो सिमिलरली l² + n² + n² = 1। तो सपोज करो r वेक्टर ਨੂੰ ਆਪਾਂ जनरल फॉर्म ਚ ਲਿਖਿਆ है a I cap plus b j cap plus c k cap। तो फिर की फाइंड आउट किया r दा मैग्नीट्यूड। तो मैग्नीट्यूड ਆਪਾਂ ਪਿਛਲੇ ਵੈਕਟਰ ਵਾਲੇ ਲੈਕਚਰ ਚ ਦੇਖਿਆ ਸੀ ਇਸ ਤਰ੍ਹਾਂ ਕੈਲਕੂਲੇਟ ਕਰਦੇ ਆ। देन r यूनिट वेक्टर फाइंड आउट किया है r वेक्टर अपॉन r वेक्टर दा मैग्नीट्यूड। तो इस तरह अपने कोल ਕੀ ਆ ਜਾਣਗੇ ਇਹਦੇ ਕੰਪੋਨੈਂਟਸ। तो r cap ਦੇ ਜਿਹੜੇ ਕੰਪੋਨੈਂਟਸ ਹੈ ਉਹਨਾਂ ਨੂੰ ਆਪਾਂ ਕੀ ਬੋਲਦੇ ਆ डायरेक्शन कोसाइंस। तो डायरेक्शन कोसाइंस अपना cos ਦੇ ਫਾਰਮ ਚ ਵੀ ਲਿਖ ਸਕਦੇ ਆ lmn ਦੇ ਫਾਰਮ ਚ ਵੀ ਐਂਡ ਲਾਈਕ ਦਿਸ ਆਲਸੋ। डायरेक्शन कोसाइंस ਨੂੰ ਆਪਾਂ ਇਹਨਾਂ ਤਿੰਨਾਂ ਤਰੀਕੇ ਨਾਲ ਲਿਖ ਸਕਦੇ ਆ। ਫਿਰ ਦੇਖੋ ਆਪਣੇ ਕੋਲ डायरेक्शन ਰੇਸ਼ੀਓਜ਼ ਕੀ ਹੁੰਦੇ ਜਦੋਂ ਆਪਾਂ डायरेक्शन कोसाइंस ਨੂੰ ਕਿਸੇ ਵੀ ਨੰਬਰ ਨਾਲ ਕਿਸੇ ਵੀ ਸਕੇਲਰ ਨਾਲ ਮਲਟੀਪਲਾਈ ਕਰ ਦਿੰਦੇ ਆ ਤਾਂ ਆਪਣੇ ਕੋਲ ਕੀ ਆ ਜਾਂਦਾ ਹੈ डायरेक्शन ਰੇਸ਼ੀਓਜ਼। ਤਾਂ ਦੇਖੋ ਆਪਣੇ ਕੋਲ डायरेक्शन कोसाइन ਕਿਸੇ ਵੀ ਵੈਕਟਰ ਦੇ एक ਹੁੰਦਾ है बट डायरेक्शन को रेशियोज की हो सकते हैं मेनी बहुत सारे हो सकते हैं ठीक है। तो किसी भी डायरेक्शन को साइन नु ਜਦੋਂ ਆਪਾਂ ਕਿਸੇ ਸਕੇਲਰ ਨਾਲ ਮਲਟੀਪਲਾਈ ਕਰਦੇ ਆ ਤਾਂ ਆਪਣੇ ਕੋਲ ਕੀ ਆਉਂਦਾ ਹੈ डायरेक्शन रेशियोज। नेक्स्ट देखो अपने कोल की है डायरेक्शन रेशियोज ऑफ अ लाइन जॉइनिंग दीस टू पॉइंट्स। दो पॉइंट्स ਨੂੰ ਜੁਆਇਨ ਕਰਨ ਵਾਲੀ ਲਾਈਨ ਦੇ डायरेक्शन रेशियोज किਵੇਂ ਕੈਲਕੂਲੇਟ ਕਰਾਂਗੇ। तो देखो दोनों ने x वाले कोऑर्डिनेट x2 - x1 y2 - y1 and z2 - z1। सपोज करो ਇਹਨਾਂ ਦੇ ਆਪਾਂ डायरेक्शन कोसाइंस ਕੱਢਨੇ ਹੈ ਤੇ ਇਹਨਾਂ ਦਾ मैग्नीट्यूड ਕੱਢ ਕੇ मैग्नीट्यूड ਨਾਲ डिवाइड डायरेक्शन कोसाइंस ऑफ x एक्सिस ਦੇ डायरेक्शन कोसाइंस है 1 0 0 एंड y एक्सिस ਦੇ है 0 1 0 एंड z एक्सिस ਦੇ है 0 0 1। तो एक एग्जांपल नाल देखते हैं। सपोज करो अपने कोल कोई भी अपने कोल डायरेक्शन रेशियोज दिते हुए एंड ਆਪਾਂ ਕੀ कैलकुलेट कर रहे हैं डायरेक्शन कोसाइंस। तो किवें करेंगे पहले ਇਹਨਾਂ ਦਾ मैग्नीट्यूड ਕੱਢੋ
2 square plus minus 1 square plus minus 2 ਦਾ square ਆਪਣੇ ਕੋਲ ਕੀ ਆ ਗਿਆ ਇੱਥੇ √9 ਤੇ ਕੀ ਆ ਗਿਆ 3 ਆਪਣੇ ਕੋਲ ਇੱਥੇ ਕੀ ਆ ਜਾਊਗਾ ਤਾਂ ਦੇਖੋ ਇਸ ਦੇ डायरेक्शन को साइंस की होंगे 2/3 -1/3 एंड -2/3 एक चीज होर देखो वेक्टर ਦੀ ਇੱਕ ਪਾਰਟਿਕੂਲਰ डायरेक्शन ਹੁੰਦੀ ਹੈ ਆਪਾਂ ਕੀ ਫਾਈਂਡ ਆਊਟ ਕਰਨੇ ਸੀ डायरेक्शन रेशियोज एंड डायरेक्शन कोसाइंस ऑफ अ लाइन ਤਾਂ ਸਪੋਜ਼ ਕਰੋ ਆਪਣੇ ਕੋਲ ਇਸ ਆ ਲਾਈਨ ਹੈ ਤੇ ਇਸ ਲਾਈਨ ਨੂੰ ਆਪਾਂ ਦੋ ਡਾਇਰੈਕਸ਼ਨਸ ਹੋ ਸਕਦੀਆਂ ਇੱਕ ਅਪਵਰਡ ਐਂਡ ਇਸੇ ਲਈ ਲਾਈਨ ਦੀ ਇੱਕ ਡਾਊਨਵਰਡ ਹੋ ਸਕਦੀ ਹੈ ਆਪਣੇ ਤਾਂ ਆਪਣੇ ਕੋਲ डायरेक्शन कोसाइंस हमेशा की मिलेंगे दो लाइन ਦੇ डायरेक्शन रेशियोज लिखने हैं या कोसाइंस लिखने हैं तो दो वेक्टर ਦੇ लिखने हैं तो अपने कोल डायरेक्शन सॉरी कोसाइंस की होंगे 1 जे वेक्टर ਦੇ डायरेक्शन कोसाइंस देख रहे हैं तो 1 जे लाइन ਦੇ देख रहे हैं तो कितने मिलेंगे 2 नेक्स्ट देखो रिजल्ट है डायरेक्शन कोसाइंस ऑफ द टू लाइंस दो लाइंस ਦੇ ਆਪਾਂ ਨੂੰ डायरेक्शन कोसाइंस ਦਿੱਤੇ ਹੋਏ ਹੈ a1 b1 c1 a2 b2 c2 and ਅੱਗੇ ਕੰਡੀਸ਼ਨਸ ਕੀ ਹੈ ਲਾਈਨਸ ਆਰ ਪੈਰਲਲ ਜੇ ਲਾਈਨਸ ਪੈਰਲਲ ਹੈ ਤਾਂ ਆਪਣੇ ਕੋਲ ਉਹਨਾਂ ਦੀਆਂ ਕੰਪੋਨੈਂਟਸ ਦੀ ਰੇਸ਼ੀਓ ਕੀ ਹੋਗੀ ਸੇਮ ਐਂਡ ਨੈਕਸਟ ਇਜ਼ ਜੇ ਆਪਣੇ ਕੋਲ ਲਾਈਨਸ ਕੀ ਹੈ परपेंडिकुलर है फिर अपने कोल की होगा a1 a2 plus b1 b2 plus c1 c2 is equal to 0 ਇਹਨਾਂ ਦੋਵਾਂ ਦਾ ਆਪਾਂ ਕੀ ਦੇਖ ਸਕਦੇ ਹਾਂ ਡਾਟ ਪ੍ਰੋਡਕਟ ਕੀ ਹੋਊਗਾ 0 नेक्स्ट है एंगल बिटवीन द लाइंस डायरेक्शन रेशियोज आर गिवन जे डायरेक्शन रेशियोज ਦਿੱਤੇ ਹੋਏ ਤੇ ਐਂਗਲ ਕਿਵੇਂ ਕੈਲਕੂਲੇਟ ਕਰਾਂਗੇ ਸੇਮ ਜਿਵੇਂ ਆਪਾਂ ਡਾਟ ਪ੍ਰੋਡਕਟ ਵਿੱਚ ਦੇਖਿਆ ਸੀ cos θ d1 vector dot d2 upon d1 vector the magnitude and d2 vector the magnitude direction cosines of the equally inclined lines ਦਾ ਮਤਲਬ ਕੀ ਹੈ x axis y axis z axis ਨਾਲ ਜੋ ਲਾਈਨ ਸੇਮ ਐਂਗਲ ਬਣਾ ਰਹੀ ਹੈ ਉਹਨੂੰ ਕੀ ਕਹਾਂਗੇ ਆਪਾਂ ਇਕੁਅਲੀ ਇਨਕਲਾਈਨਡ ਲਾਈਨਸ ਤੇ ਇਸ ਦਾ ਰਿਜ਼ਲਟ ਕੀ ਹੈ ਪਲੱਸ ਮਾਈਨਸ 1/√3 1/√3 ਐਂਡ 1/√3 ਇਸ ਚੀਜ਼ ਨੂੰ ਆਪਾਂ ਦੇਖ ਸਕਦੇ ਹਾਂ ਕਿਸ ਤਰ੍ਹਾਂ ਤਾਂ ਚਲੋ ਦੇਖਦੇ ਹਾਂ ਆਪਣੇ ਕੋਲ ਕੀ ਹੈ ਸੇਮ ਐਂਗਲ ਬਣਾ ਰਹੇ ਹੈ ਇਟ ਮੀਨਸ l m n ਆਪਾਂ ਨੂੰ ਪਤਾ ਹੈ l² + m² + n² ਕੀ ਆਪਣੇ ਕੋਲ 1 तो l² + l² + l² is equal to 1 3l² is equal to 1 l² is equal to 1/3 and इथों अपने को l की आ गया ±1/√3 l m and n अपने को की सी इक्वल तो इस तरह आप देख सकते हैं अपने को की होगा ±1/√3 1/√3 and 1/√3 नेक्स्ट देखो जी कोई लाइन है अल्फा बीटा एंड गामा एंगल बना रही है x एक्सिस y एक्सिस z एक्सिस ਨਾਲ ਤਾਂ ਆਪਣੇ ਕੋਲ ਰਿਜ਼ਲਟ ਆ ਆਪਾਂ ਪਿੱਛੇ ਵੀ ਦੇਖਿਆ ਸੀ cos² alpha + cos² beta + cos² gamma ਕੀ ਆਪਣੇ ਕੋਲ 1 ਐਂਡ ਜੇ sin² alpha ਹੈ ਤਾਂ ਉਹਦਾ ਰਿਜ਼ਲਟ ਇੱਥੇ ਆਪਣੇ ਕੋਲ ਕੀ ਆਊਗਾ 2 cos2 alpha cos2 beta cos2 gamma ਲੈ ਰਹੇ ਤਾਂ ਆਨਸਰ ਕੀ ਆ ਰਿਹਾ ਹੈ -1 ਐਂਡ ਜੇ alpha beta gamma delta एंगल डायगोनल्स ਨਾਲ ਬਣ ਰਿਹਾ ਤਾਂ ਆਨਸਰ ਕੀ ਆ ਰਿਹਾ 4/3 3D ਦੇ ਅੰਦਰ ਆਪਾਂ ਲਾਈਨ ਦੀ ਇਕੁਏਸ਼ਨ ਕਿਵੇਂ ਲਿਖਦੇ ਆ ਤਾਂ ਫਰਸਟ ਦੇਖੋ ਜੇ ਆਪਾਂ ਲਾਈਨ ਦੀ ਇਕੁਏਸ਼ਨ ਕੱਢਣੀ ਹੈ ਜੋ ਲਾਈਨ A ਵੈਕਟਰ ਤੋਂ ਪਾਸ ਹੋ ਰਹੀ ਹੈ ਐਂਡ ਇਸ ਲਾਈਨ ਦੇ ਆਪਾਂ ਨੂੰ ਇੱਕ ਪੈਰਲਲ ਵੈਕਟਰ ਦਿੱਤਾ ਹੋਇਆ ਹੈ ਰਿਪਰੈਜ਼ੈਂਟ ਕੀਤਾ ਹੈ D ਨਾਲ ਤਾਂ ਕੰਡੀਸ਼ਨ ਕੀ ਹੈ ਦੋ ਚੀਜ਼ਾਂ ਦਿੱਤੀਆਂ ਹੋਈਆਂ ਇੱਕ ਲਾਈਨ ਕਿੱਥੋਂ ਪਾਸ ਕਰ ਰਹੀ ਹੈ ਐਂਡ ਲਾਈਨ ਕਿਸ ਦੇ ਪੈਰਲਲ ਹੈ ਪੈਰਲਲ ਵੈਕਟਰ ਐਂਡ ਪੁਆਇੰਟ ਜੇ ਪੁਆਇੰਟ ਤੇ ਪੈਰਲਲ ਵੈਕਟਰ ਦਿੱਤਾ ਹੈ ਤਾਂ ਆਪਾਂ ਇਸ ਨੂੰ ਕਿਵੇਂ ਲਿਖ ਸਕਦੇ ਹਾਂ ਤਾਂ r ਵੈਕਟਰ ਇਜ਼ ਇਕੁਅਲ ਟੂ a ਵੈਕਟਰ ਪਲੱਸ ਲੈਮਡਾ d ਵੈਕਟਰ ਇਸ ਨੂੰ ਆਪਾਂ ਕੀ ਬੋਲਦੇ ਹਾਂ ਵੈਕਟਰ ਫਾਰਮ ਆਫ ਲਾਈਨ ਤੇ ਨੈਕਸਟ ਦੇਖੋ ਆਪਣੇ ਕੋਲ ਆਪਾਂ a ਨੂੰ ਆਪਾਂ ਰਿਪਰੈਜ਼ੈਂਟ ਕੀਤਾ ਹੈ ਵੈਕਟਰ ਹੈ ਤਾਂ x1 i cap plus y1 j cap plus z1 k cap ਉਹਦੇ ਕੰਪੋਨੈਂਟਸ ਲਿਖੇ ਹੋਏ ਆ सिमिलरली d वेक्टर ਦੇ ਵੀ ਕੰਪੋਨੈਂਟਸ ਹੋਣਗੇ then ਇਸ ਇਕੁਏਸ਼ਨ ਨੂੰ ਆਪਾਂ ਇਸ ਫਾਰਮ 'ਚ ਲਿਖ ਸਕਦੇ ਹਾਂ x - x1 ਆਪਣੇ ਕੋਲ ਕੀ ਹੈ ਜਿਸ ਤੋਂ ਆਪਣੀ ਲਾਈਨ ਪਾਸ ਕਰ ਰਹੀ ਹੈ ਦੇਖੋ x - x1 upon d1 y - y1 upon d2 z - z1 upon d3 ਇਹਨੂੰ ਆਪਾਂ ਕਹਿੰਦੇ ਆ ਕਾਰਟੇਸ਼ੀਅਨ ਫਾਰਮ ਆਫ ਲਾਈਨ ਆਪਾਂ ਕੀ ਦੇਖਿਆ ਕਿ ਆਪਾਂ 3D ਦੇ ਅੰਦਰ
ਇਕੁਏਸ਼ਨ ਆਫ ਲਾਈਨ ਕਿਵੇਂ ਲਿਖਦੇ ਆ ਜਦੋਂ ਆਪਾਂ ਨੂੰ ਪੁਆਇੰਟ ਦਿੱਤਾ ਹੋਵੇ ਤੇ ਇੱਕ ਪੈਰਲਲ ਵੈਕਟਰ। ਨੈਕਸਟ ਦੇਖੋ ਜਦੋਂ ਆਪਾਂ ਨੂੰ ਕੰਡੀਸ਼ਨ ਦਿੱਤੀ ਹੋਵੇ ਕਿ ਲਾਈਨ ਦੋ ਪੁਆਇੰਟਸ ਤੋਂ ਟੱਪ ਰਹੀ ਹੋਵੇ, ਦੋ ਪੁਆਇੰਟ ਦਿੱਤੇ ਹੋਏ ਆ ਲਾਈਨ ਦੇ ਉੱਪਰ, ਤਾਂ ਆਪਾਂ ਪੈਰਲਲ ਵੈਕਟਰ ਕਿਵੇਂ ਦੇਖਾਂਗੇ, b ਵੈਕਟਰ ਮਾਈਨਸ a ਵੈਕਟਰ। ਤਾਂ ਸਿਮਿਲਰਲੀ ਉਸੇ ਤਰੀਕੇ ਨਾਲ ਵੈਕਟਰ ਫਾਰਮ ਕਿਵੇਂ ਲਿਖਾਂਗੇ, r ਵੈਕਟਰ ਇਜ਼ ਇਕੁਅਲ ਟੂ a ਵੈਕਟਰ ਪਲਸ ਲੈਮਡਾ b ਮਾਈਨਸ a। ਐਂਡ ਸਿਮਿਲਰਲੀ ਆਪਾਂ ਉਸ ਦੀ ਕਾਰਟੇਸ਼ੀਅਨ ਫਾਰਮ ਵੀ ਲਿਖਾਂਗੇ। ਤਾਂ ਦੇਖੋ d ਵੈਕਟਰ ਦਿੱਤਾ ਹੋਇਆ b ਦਿੱਤਾ ਹੋਇਆ, ਤਾਂ ਆਪਾਂ ਦੇਖੋ d ਵੈਕਟਰ ਕਿਵੇਂ ਰਿਪਰੈਜ਼ੈਂਟ ਕਰਦੇ ਆ, b ਮਾਈਨਸ a। ਤੇ ਨੀਚੇ ਜੋ ਚੀਜ਼ ਆਪਾਂ ਲਿਖਣੀ ਹੈ ਕੀ ਆ ਜਾਊਗਾ b ਮਾਈਨਸ a, x2 ਮਾਈਨਸ x1 नीचे, y2 माइनस y1 थल्ले एंड z2 माइनस z1 थल्ले। ऊपर की आ गया x माइनस x1, y माइनस y1, z माइनस z1। दिस इज द कार्टेशियन फॉर्म ऑफ लाइन। एंड इत्थे अपन नु कंडीशन की दित्ती हुई सी, टू पॉइंट्स ऑन दैट लाइन। उस लाइन दे ऊपर दो पॉइंट्स दे कोऑर्डिनेट्स दित्ते होन ਤਾਂ ਆਪਾਂ ਲਾਈਨ ਦੀ ਇਕੁਏਸ਼ਨ ਲਿਖ ਸਕਦੇ ਆ। ਆਪਾਂ ਦੇਖਿਆ ਕਿ ਆਪਾਂ ਦੋ ਤਰੀਕੇ ਨਾਲ ਲਾਈਨ ਦੀ ਇਕੁਏਸ਼ਨ ਲਿਖ ਸਕਦੇ ਆ। ਫਰਸਟ ਕੰਡੀਸ਼ਨ ਚ ਕੀ ਸੀ, ਇੱਕ ਪੁਆਇੰਟ ਤੇ ਇੱਕ ਪੈਰਲਲ ਵੈਕਟਰ। ਨੈਕਸਟ ਕੰਡੀਸ਼ਨ ਚ ਕੀ ਸੀ, ਦੋ ਪੁਆਇੰਟਸ ਦਿੱਤੇ ਹੋਏ ਸੀ। ਇਜ਼ ਇਟ ਕਲੀਅਰ ਬਿਟਵੀਨ ਟੂ ਲਾਈਨਸ, ਦੋ ਲਾਈਨਸ ਦਿੱਤੀਆਂ ਹੋਈਆਂ। ਫਰਸਟ ਲਾਈਨ a1 ਤੋਂ ਪਾਸ ਕਰ ਰਹੀ ਹੈ ਐਂਡ d1 ਦੇ ਕੀ ਹੈ, ਪੈਰਲਲ। एंड नेक्स्ट लाइन A2 तो पास कर रही है D2 दे की है पैरेलल। ते इन्हां दोवां दे विच एंगल किवें फाइंड आउट करांगे, cos थीटा। जो एंगल लाइंस दे विच है उही एंगल उन्हां दे पैरेलल वेक्टर्स दे विच है। तो डायरेक्ट cos थीटा इज इक्वल टू d1 वेक्टर डॉट d2 वेक्टर अपॉन d1 दा मैग्नीट्यूड एंड d2 वेक्टर दा मैग्नीट्यूड। नेक्स्ट कंडीशंस है जे दोवें लाइंस परपेंडिकुलर है देन उन्हां दा डॉट प्रोडक्ट पैरेलल वेक्टर्स दा 0। जे लाइंस पैरेलल है फिर वो की होंगे, दोवां दे पैरेलल वेक्टर्स की होंगे एक दूसरे दे मल्टीपल, स्केलर मल्टीपल होगा। वन इज द स्केलर मल्टीपल ऑफ अदर। t अपने को इत्थे की है, कोई भी पैरामीटर है। नेक्स्ट एक ट्रिक है, लाइन जॉइनिंग पॉइंट्स a एंड b इज डिवाइडेड बाय जे। आज अपने को xy प्लेन डिवाइड कर रहे हैं ना दोवें लाइंस नु, तो किस रेशियो से डिवाइड करूंगा, xy प्लेन है तो आपा की करना है, z वाले कोऑर्डिनेट्स दी रेशियो लिख देनी है, माइनस z1 अपॉन z2। जे yz प्लेन आ गया फिर x दे कोऑर्डिनेट्स दी रेशियो, जे xz प्लेन है फिर अपने कोल y दे कोऑर्डिनेट्स दी रेशियो। बाय चांस इथे आंसर अपने कोल रेशियो च पॉजिटिव आया फिर आपा की कहना है, इंटरनली डिवाइड कर रहे हैं। जे आंसर नेगेटिव आया तो आपा की कहांगे, पॉइंट की है एक्सटर्नली डिवाइड। नेक्स्ट इज how to find the shortest distance between two lines। तेरे विच दो केसेस है, दो लाइंस पैरेलल है या स्क्यू लाइंस है। स्क्यू लाइंस वो लाइंस है जो नॉन कोप्लेनर है, नॉन इंटरसेक्टिंग है, नॉन पैरेलल है। दोवें लाइंस अलग अलग प्लेन ते हैं तो उन्हां नूं की कहंदे आपां, स्क्यू लाइंस। तो देखो चलो फार्मूला देखते हैं। दो लाइंस पैरेलल दित्तियां हुई हैं, इट मींस उन्हां दे पैरेलल वेक्टर्स की होणगे सेम। तो उहदे लई फार्मूला की है, a2 a1 इत्थे लिखना है क्रॉस प्रोडक्ट ऑफ d वेक्टर अपॉन d वेक्टर दा मैग्नीट्यूड। देन अपने को स्क्यू लाइंस दी डेफिनेशन देखदे हां, लाइंस इन द स्पेस दैट आर नॉन पैरेलल, नॉन इंटरसेक्टिंग एंड द नॉन कोप्लेनर। एंड अपने को फार्मूला की है, फर्स्ट चीज सेम है, a2 a1 वेक्टर डॉट d1 वेक्टर क्रॉस d2 वेक्टर अपॉन मैग्नीट्यूड ऑफ d1 वेक्टर क्रॉस d2 वेक्टर। अपन को पता है शॉर्टेस्ट डिस्टेंस, डिस्टेंस एक स्केलर है तो आप इथे की पता, मॉड मींस मैग्नीट्यूड, हमेशा आंसर किया होगा एक स्केलर, वो भी पॉजिटिव। नेक्स्ट देखते हैं ਆਪਾਂ foot of perpendicular from a point on a given line and image of the same point in that line। तो चलो देखते हैं। ਆਪਾਂ ਨੂੰ क्या है, एक पॉइंट ਦਿੱਤਾ ਹੋਇਆ है l m n कोऑर्डिनेट्स है, इन लाइन ਦਿੱਤੀ हुई है x minus x1 upon a equal to y minus y1 upon b in z minus z1 upon c। तो ਆਪਾਂ ट्रिक की अपने कोल, पहले ਆਪਾਂ फाइंड आउट करेंगे लैम्डा। किवें फाइंड आउट करेंगे, ਜਿਹੜਾ पॉइंट है वो x y z ਦੀ ਜਗ੍ਹਾ ਤੇ ਪੁੱਟ ਕਰੋ। देखो ਇੱਥੇ l ਪੁੱਟ ਕੀਤਾ, l minus x1 मल्टीप्लाई करो a नाल। इत्थे की करना है,
m minus y1 ਮਲਟੀਪਲਾਈ ਕਰੋ b ਨਾਲ, ਇੱਥੇ n minus z1 ਮਲਟੀਪਲਾਈ ਕਰੋ c ਨਾਲ। ਆਹੀ ਚੀਜ਼ ਲਿਖੀ ਹੋਈ ਹੈ ਉੱਪਰ। ਥੱਲੇ ਕੀ ਲਿਖਣਾ ਹੈ? a square plus b square plus c square। ਜਦੋਂ ਆਪਣੇ ਕੋਲ ਲੈਮਡਾ ਦੀ ਵੈਲਿਊ ਆ ਗਈ ਤਾਂ ਕੀ ਕਰਨਾ ਹੈ? ਇਸ ਇਕੁਏਸ਼ਨ ਦੇ ਸਾਹਮਣੇ ਇਕੁਅਲ ਟੂ दैट ਲੈਮਡਾ। ਸਪੋਜ਼ ਕਰੋ ਇੱਥੇ ਆਪਾਂ ਲੈਮਡਾ ਲਿਖਿਆ ਹੋਇਆ ਹੈ a into ਲੈਮਡਾ plus x1, b into ਲੈਮਡਾ plus y1, c into ਲੈਮਡਾ plus z1। तो इस तरह अपने को की आ जाएगा फुट ऑफ परपेंडिकुलर। इमेज किवें फाइंड आउट करेंगे? अपने को पॉइंट सी एल एम एन एंड लाइन दी हुई सी x कैपिटल y कैपिटल z अपने को की आ गया फुट ऑफ परपेंडिकुलर जिद्दां आपां ऊपर देखिया है। देन p डैश की है उस p दी इमेज ते किवें लिखना है? 2x - l। तो देखो इत्थे अपने को x है 2x minus this one, 2y minus m1, 2z minus n1। इसी रिजल्ट दे बेस पे एक क्वेश्चन डिस्कस करते हैं। फाइंड द फुट ऑफ द परपेंडिकुलर एंड द इमेज ऑफ द पॉइंट। पॉइंट की अपने को 2 4 -1 एंड लाइन दी इक्वेशन दी हुई है। तो एज फास्ट एज पॉसिबल जल्दी जल्दी करके देखते हैं किवें करांगे आपां। तो देखो लैम्डा दी वैल्यू किवें फाइंड आउट करनी सी? इस पॉइंट ਨੂੰ इस लाइन ਦੇ ਵਿੱਚ ਪੁੱਟ ਕਰਾਂਗੇ। 2 + 5 we will get 7, 7 into 1 7, 4 + 3 7, 7 4s are 28, -1 -6 -7 7 ਨੂੰ ਆਪਾਂ 9 ਨਾਲ ਕਰਾਂਗੇ ਤਾਂ ਆਪਣੇ ਕੋਲ ਆ ਗਿਆ 63 अपॉन ਚ ਕੀ ਆਊਗਾ ਥੱਲੇ 1 ਦਾ ਸਕੁਆਇਰ ਐਂਡ 4 ਦਾ ਸਕੁਆਇਰ प्लस -9 ਦਾ ਸਕੁਆਇਰ। अपने को 9 का स्क्वायर 81 82 हो गया एंड अपने को की आ गया 98। ऊपर भी अपने को की है देखते हैं आपा, ऊपर भी 98। लैम्डा की आ गया अपने को 1। अपन क्या सी जे लैम्डा दी वैल्यू आ जाए तो इमेजिन करना है इक्वल टू की है लैम्डा है इक्वल टू 1 है। आपा की लिखना है इक्वल टू 1। तो 1 into 1 -5 अपने को पॉइंट किया जाएगा फुट ऑफ परपेंडिकुलर। तो देखो अपने को 1 - 5 अपने को आ जाएगा -4 एंड 4 - 3 1 -9 + 6 अपने को आ गया -3 एंड देन आपा की फाइंड आउट करनी सी इमेज ऑफ दैट पॉइंट। किवें फाइंड आउट करना सी आपा देखिया सी किवें 2 multiply this की आ जाएगा -8 then -2 अपने को किया गया -10। 2 into 1 2 2 - 4 अपने को आ गया -2 2 multiply -3 आ गया -6 -6 then minus of -1 आ गया -5। This is the image of that point in the given line। This is how we find the foot of perpendicular and image of a point। तो इसी ट्रिक नाल ਆਪਾਂ बहुत easy and बहुत जल्दी कैलकुलेट कर लांगे। ਆਪਾਂ देखते हैं प्लेन। प्लेन की है? प्लेन एक सरफेस है जिदे ऊपर कोई भी लाइन कंप्लीटली लाई करती है। सपोज करो मार्कर की है अपने को एक लाइन है। मार्कर जो एक लाइन जिस सरफेस के ऊपर कंप्लीटली लाई करदा वो अपने को की है प्लेन। तो मेरा हाथ की है प्लेन एंड द मार्कर इज शोइंग दैट इट इज अ लाइन। तो आप जनरल इक्वेशन ऑफ प्लेन देखते हैं ax + by + cz + d is equal to 0। a b c एंड d की अपने को कांस्टेंट्स है। जिस तरह आप स्ट्रेट लाइन दी इक्वेशन दे विच अपन दो वेरिएबल्स चाहिए होंगे, प्लेन दी इक्वेशन लिखण च अपन 3 वेरिएबल्स चाहिए। नेक्स्ट आप देखते हैं हाउ टू राइट द इक्वेशन ऑफ प्लेन। ਜਦੋਂ ਆਪਾਂ ਨੂੰ ਦੋ ਕੰਡੀਸ਼ਨਸ ਦਿੱਤੀਆਂ ਹੋਈਆਂ, ਇੱਕ ਉਸ ਪਲੇਨ ਦੇ ਉੱਪਰ ਲਾਈ ਕਰਨ ਵਾਲਾ ਇੱਕ ਪੁਆਇੰਟ ਦਿੱਤਾ ਹੋਇਆ ਐਂਡ ਉਸ ਪਲੇਨ ਦੇ ਪਰਪੈਂਡੀਕੁਲਰ ਇੱਕ ਨਾਰਮਲ ਵੈਕਟਰ ਦਿੱਤਾ ਹੋਇਆ। n ਵੈਕਟਰ ਕੀ ਹੈ? ਉਸ ਪਲੇਨ ਦੇ ਪਰਪੈਂਡੀਕੁਲਰ ਕੋਈ ਵੀ ਵੈਕਟਰ ਉਹਨੂੰ ਕੀ ਬੋਲਦੇ ਆ? n ਵੈਕਟਰ। ਤਾਂ ਆਪਾਂ ਇਕੁਏਸ਼ਨ ਆਫ ਪਲੇਨ ਕਿਵੇਂ ਲਿਖਾਂਗੇ? r ਵੈਕਟਰ ਡਾਟ n ਵੈਕਟਰ ਇਜ਼ ਇਕੁਅਲ ਟੂ a ਵੈਕਟਰ ਡਾਟ n ਵੈਕਟਰ। ਤੇ ਇਹਨੂੰ ਆਪਾਂ ਕੀ ਕਹਿੰਦੇ ਆ? ਵੈਕਟਰ ਫਾਰਮ ਆਫ ਪਲੇਨ। तो आप इसनु की लिख सकते हैं r वेक्टर माइनस a वेक्टर डॉट n वेक्टर इज इक्वल टू 0।
ਨੈਕਸਟ ਆਪਾਂ ਦੇਖਦੇ ਹਾਂ ਕਾਰਟੇਸ਼ੀਅਨ ਫਾਰਮ ਆਫ ਪਲੇਨ। ਤੇ a ਵੈਕਟਰ ਨੂੰ ਉਹਦੇ ਕੰਪੋਨੈਂਟਸ ਨਾਲ ਰਿਪਰੈਜ਼ੈਂਟ ਕੀਤਾ ਹੋਇਆ ਹੈ, n ਵੈਕਟਰ ਨੂੰ ਵੀ ਸਿਮਿਲਰਲੀ ਆਪਾਂ ਉਹਦੇ ਕੰਪੋਨੈਂਟਸ ਨਾਲ ਰਿਪਰੈਜ਼ੈਂਟ ਕੀਤਾ ਹੋਇਆ ਹੈ। ਤਾਂ ਆਪਾਂ ਕਾਰਟੇਸ਼ੀਅਨ ਫਾਰਮ ਆਫ ਪਲੇਨ ਕਿਵੇਂ ਲਿਖਣਾ ਹੈ, n1 x minus x1 plus n2 y into minus y2 plus n3 into z minus z2। ਇਹ ਆਪਣੇ ਕੋਲ ਕੀ ਹੈ, ਕਾਰਟੇਸ਼ੀਅਨ ਫਾਰਮ ਆਫ ਪਲੇਨ। नेक्स्ट देखो इंटरसेप्ट फॉर्म ऑफ प्लेन। इंटरसेप्ट फॉर्म ऑफ प्लेन की है ਜਦੋਂ ਕੋਈ प्लेन x एक्सिस ਨੂੰ a ਦੇ ਕੋਲ ਕੱਟ ਕਰ ਰਿਹਾ ਹੋਵੇ, a ਇੰਟਰਸੈਪਟ ਕੀ ਹੋਵੇ a ਐਂਡ y एक्सिस ਤੇ ਆਪਣੇ ਕੋਲ ਇੰਟਰਸੈਪਟ ਹੈ b ਐਂਡ z एक्सिस ਤੇ ਇੰਟਰਸੈਪਟ ਹੈ c, then इंटरसेप्ट फॉर्म ऑफ प्लेन ਕਿਵੇਂ ਲਿਖਾਂਗੇ, x by a plus y by b plus z by c is equal to 1। सेम है जिवें ਆਪਾਂ स्ट्रेट लाइन ਦੇ ਵਿੱਚ ਲਿਖਦੇ ਹਾਂ। नॉर्मल फॉर्म ऑफ प्लेन, नॉर्मल फॉर्म ऑफ प्लेन ਕੀ ਹੈ, r वेक्टर डॉट n कैप is equal to p। ਇੱਥੇ n कैप ਕੀ ਸ਼ੋ ਕਰ ਰਿਹਾ ਹੈ, कैप ਲੱਗਿਆ ਹੋਇਆ, ਇਟ ਮੀਨਸ ਇਟ ਇਜ਼ ਅ ਯੂਨਿਟ ਵੈਕਟਰ। ਇਹ ਕੀ ਹੈ, ਯੂਨਿਟ ਵੈਕਟਰ that is normal to the plane and passing through origin। p ਕੀ ਸ਼ੋ ਕਰ ਰਿਹਾ ਹੈ, perpendicular distance of that plane from origin। नेक्स्ट ਇਹਦੇ नॉर्मल फॉर्म ਦਾ ਇੱਕ ਹੋਰ ਤਰੀਕਾ ਹੈ, r vector dot n vector is equal to d। ਇੱਥੇ ਕੈਪ ਲੱਗਿਆ ਹੋਇਆ, ਇੱਥੇ ਆਪਣੇ ਕੋਲ ਕੈਪ ਨਹੀਂ ਲੱਗਿਆ ਹੋਇਆ, ਤੇ d ਆਪਣਾ ਕੀ ਹੈ, ਕੋਈ ਵੀ ਕਾਂਸਟੈਂਟ ਹੋਊਗਾ and n vector is the normal vector to that plane। तो देखो सपोज करो ਆਪਾਂ ਨੂੰ ਉਹਨਾਂ ਨੇ ਕਿਹਾ ਕਿ find distance from the origin। ਤੇ ਕੀ ਕਰਨਾ ਹੈ, ਪਹਿਲਾਂ ਇਸ n vector ਨੂੰ ਆਪਾਂ ਕੀ ਕਰਨਾ ਹੈ, n cap ਬਣਾਉਣਾ ਹੈ, ਯੂਨਿਟ ਵੈਕਟਰ ਬਣਾਉਣਾ ਹੈ। यूनिट वेक्टर किਵੇਂ ਬਣਾਵਾਂਗੇ, ਇਹਦੇ ਮੈਗਨੀਟਿਊਡ ਨਾਲ ਡਿਵਾਈਡ ਕਰਕੇ। ਸਿਮਿਲਰਲੀ ਆਪਾਂ d ਨੂੰ ਵੀ ਡਿਵਾਈਡ ਕਰਾਂਗੇ ਇਸੇ ਦੇ ਮੈਗਨੀਟਿਊਡ ਨਾਲ, ਤਾਂ ਆਪਣੇ ਕੋਲ ਕੀ ਆ ਜਾਊਗਾ, ਪਰਪੈਂਡੀਕੂਲਰ ਡਿਸਟੈਂਸ ਆਫ दैट प्लेन फ्रॉम ओरिजिन। ਤਾਂ ਆਪਾਂ ਇਕੁਏਸ਼ਨ ਆਫ ਪਲੇਨ ਦੇਖਿਆ, ਪਹਿਲਾਂ ਆਪਾਂ ਜਨਰਲ ਇਕੁਏਸ਼ਨ ਦੇਖੀ ax by cz d 0। देन ਆਪਾਂ ਕੀ ਦੇਖਿਆ ਕਿ ਆਪਾਂ ਪਲੇਨ ਦੀ ਇਕੁਏਸ਼ਨ ਕਿਵੇਂ ਲਿਖ ਸਕਦੇ ਆ, ਜਦੋਂ ਆਪਾਂ ਨੂੰ ਦੋ ਕੰਡੀਸ਼ਨਸ ਦਿੱਤੀਆਂ, एक पॉइंट एंड एक नॉर्मल वेक्टर। नेक्स्ट अपन देखा इंटरसेप्ट फॉर्म ऑफ प्लेन एंड देन इज द नॉर्मल फॉर्म ऑफ दैट प्लेन। देखते हैं इक्वेशन ऑफ प्लेन पासिंग थ्रू अ पॉइंट एंड पैरेलल टू द टू गिवन लाइंस। तो देखो अपने को प्लेन दे ऊपर पॉइंट है ए वेक्टर एंड आ दो इक्वेशंस दिखाई हुई हैं, लाइन दियां इक्वेशंस है। तो अपने को नॉर्मल वेक्टर किवें आऊगा, देखो d1 वेक्टर क्रॉस d2 वेक्टर अपने कोल की होगा नॉर्मल वेक्टर। अपन ਨੂੰ ਪਤਾ ਹੈ क्रॉस प्रोडक्ट ਦੇ ਨਾਲ ਆਪਾਂ ਨੂੰ वेक्टर ਮਿਲਦਾ ਹੈ ਜੋ ਉਸ ਦੋਵੇਂ ਵੈਕਟਰਸ ਦੇ ਕੀ ਹੋਵੇ, ਪਰਪੈਂਡੀਕੂਲਰ। d1 क्रॉस d2 ਆਪਾਂ ਨੂੰ ਇੱਕ ਵੈਕਟਰ ਮਿਲੂਗਾ ਜੋ d1 ਦੇ ਵੀ ਪਰਪੈਂਡੀਕੂਲਰ ਹੈ ਤੇ d2 ਦੇ ਵੀ ਕੀ ਹੈ, ਪਰਪੈਂਡੀਕੂਲਰ। ਤਾਂ ਆਪਣੇ ਕੋਲ ਕੀ ਹੋਊਗਾ, नॉर्मल वेक्टर r वेक्टर माइनस a वेक्टर डॉट d1 वेक्टर क्रॉस d2 वेक्टर इज इक्वल टू 0। ये होगी अपनी इक्वेशन ऑफ प्लेन। नेक्स्ट देखते हैं इक्वेशन ऑफ प्लेन पासिंग थ्रू 3 पॉइंट्स। अपने को जिस प्लेन के ऊपर 3 पॉइंट्स दिते हैं, कंडीशन की होनी चाहिए, तीन पॉइंट्स की होने चाहिए है, नॉन कोलिनियर, मतलब एक लाइन के ऊपर नहीं होनी चाहिए। तो देखो देन इक्वेशन ऑफ प्लेन थ्रू दिस पॉइंट्स इज गिवन बाय r minus a b minus a vector cross c minus a vector is equal to 0। ਇਸ ਦੀ ਆਪਾਂ ਕਾਰਟੇਸ਼ੀਅਨ ਫਾਰਮ ਦੇਖਦੇ ਹਾਂ। r ਵੈਕਟਰ ਹੈ, r ਵੈਕਟਰ ਨੂੰ ਜਨਰਲ ਕਿਵੇਂ ਰਿਪਰੈਜ਼ੈਂਟ ਕੀਤਾ ਹੈ, xi ਕੈਪ yj ਕੈਪ z, ਠੀਕ ਹੈ। a ਵੈਕਟਰ ਨੂੰ x1 y1 z1 ਕੰਪੋਨੈਂਟ ਲੈ ਕੇ ਐਂਡ b ਨੂੰ x2 y2 z2 ਐਂਡ c ਨੂੰ x3 y3 ਐਂਡ z3। ਕਾਰਟੇਸ਼ੀਅਨ ਫਾਰਮ ਕਿਵੇਂ ਲਿਖਾਂਗੇ, x minus x1 y minus y1 z minus z1 ये अपनी फर्स्ट रो। नेक्स्ट रो x2 minus x1 y2 minus y1। तो देखो इत्थे की सी b minus a, तो b ते a दे कोऑर्डिनेट्स ਨੂੰ ਕੀ ਕਰਤਾ, minus x2 minus x1 y2 minus y1 and z2 minus z1। ਇੱਥੇ ਕੀ ਸੀ c minus a, c ਤੇ a ਦੇ ਕੋऑर्डिनेट्स ਨੂੰ minus x3 minus x1 y3 minus y1 and z3 minus z1। This is how we write Cartesian form of a plane passing through the 3 non-collinear points। The next देखो equation of a plane through the intersection of two planes। दो planes दे intersection ते ਆਪਾਂ equation of plane किਵੇਂ लिख सकते हैं, P1 अपना first plane है,
प्लस लैम्डा टाइम्स ऑफ P2 नेक्स्ट प्लेन इज इक्वल टू 0। ਤੇ ਇਸ ਦੀ ਆਪਾਂ ਐਗਜ਼ਾਮਪਲ ਦੇਖਦੇ ਹਾਂ। ਸਪੋਜ਼ ਕਰੋ ਆਪਣੇ ਕੋਲ ਫਰਸਟ ਆਪਾਂ ਨੂੰ ਇਸ ਤਰ੍ਹਾਂ ਦਾ ਪਲੇਨ ਦਿੱਤਾ ਹੋਇਆ ਹੈ ਐਂਡ ਸੈਕੰਡ ਆਪਣੇ ਕੋਲ ਕੁਝ ਇਸ ਤਰ੍ਹਾਂ ਦਾ ਦਿੱਤਾ ਹੋਇਆ ਹੈ ਐਂਡ ਆਪਾਂ ਇੰਟਰਸੈਕਸ਼ਨ ਆਫ ਥੀਸ ਟੂ ਪਲੇਨਸ ਤੇ ਆਪਾਂ ਨੂੰ ਪਲੇਨ ਦੀ ਇਕੁਏਸ਼ਨ ਕਿਵੇਂ ਪਤਾ ਲੱਗੂਗੀ। ਪਹਿਲਾ ਫਰਸਟ ਪਲੇਨ ਲਿਖੋ ਐਗਜ਼ੈਕਟ ਜਿਵੇਂ ਲਿਖਿਆ ਹੋਇਆ ਪਲਸ ਲੈਮਡਾ ਟਾਈਮਸ ਜਿਹੜਾ ਸੈਕੰਡ ਹੈ x minus y plus 2z plus 7 is equal to 0। ਆਪਾਂ ਇਸ ਤਰ੍ਹਾਂ ਦੋ ਪਲੇਨਸ ਦੇ ਇੰਟਰਸੈਕਸ਼ਨ ਤੇ ਇਕੁਏਸ਼ਨ ਆਫ ਪਲੇਨ ਫਾਈਂਡ ਆਊਟ ਕਰ ਸਕਦੇ ਹਾਂ। ਹੁਣ ਤੱਕ ਆਪਾਂ ਕੀ ਕੀਤਾ ਹੈ ਤਾਂ ਦੇਖੋ ਇਕੁਏਸ਼ਨ ਆਫ ਪਲੇਨ ਪਹਿਲਾਂ ਜਨਰਲ ਫਾਰਮ, ਫਿਰ ਜਦੋਂ ਆਪਾਂ ਨੂੰ ਪੁਆਇੰਟ ਤੇ ਨਾਰਮਲ ਫਾਰਮ ਦਿੱਤਾ ਹੋਵੇ ਨਾਰਮਲ ਵੈਕਟਰ, ਫਿਰ ਆਪਾਂ ਕੀਤਾ ਸੀ ਇੰਟਰਸੈਪਟ ਫਾਰਮ, ਫਿਰ ਨਾਰਮਲ ਫਾਰਮ, ਫਿਰ ਆਪਾਂ ਕੀਤਾ ਸੀ ਪੁਆਇੰਟ ਦਿੱਤਾ ਹੋਇਆ ਐਂਡ ਦੋ ਪੈਰਲਲ ਲਾਈਨਸ ਦਿੱਤੀਆਂ ਹੋਈਆਂ ਉਸ ਪਲੇਨ ਦੇ ਉੱਪਰ। ਨੈਕਸਟ ਕੀ ਕੀਤਾ ਹੈ ਇਕੁਏਸ਼ਨ ਆਫ ਪਲੇਨ ਤਿੰਨ ਪੁਆਇੰਟਸ ਤੋਂ ਪਾਸ ਹੋਣ ਵਾਲਾ ਪਲੇਨ ਜੋ ਪੁਆਇੰਟਸ ਕੀ ਹੋਣ ਨਾਨ ਕੋਲੀਨੀਅਰ। ਨੈਕਸਟ ਦੇਖੋ ਡਿਸਟੈਂਸ ਆਫ ਅ ਪੁਆਇੰਟ ਫਰਮ ਦਾ ਪਲੇਨ। ਆਪਾਂ ਨੂੰ ਪੁਆਇੰਟ ਦਿੱਤਾ ਹੋਇਆ ਹੈ x1 y1 z1 ਐਂਡ ਪਲੇਨ ਦੀ ਇਕੁਏਸ਼ਨ ਦਿੱਤੀ ਹੋਈ ਹੈ ax by cz d is equal to 0 ਐਂਡ ਆਪਾਂ ਇਸ ਪੁਆਇੰਟ ਤੋਂ ਇਸ ਪਲੇਨ ਤੱਕ ਦਾ ਡਿਸਟੈਂਸ ਫਾਈਂਡ ਕਰਨਾ ਹੈ ਪਰਪੈਂਡੀਕੁਲਰ ਡਿਸਟੈਂਸ। ਤਾਂ ਕਿਵੇਂ ਫਾਈਂਡ ਆਊਟ ਕਰਾਂਗੇ ਦੇਖੋ ਪਹਿਲਾਂ ਇਸ ਪੁਆਇੰਟ ਨੂੰ ਇਸ ਪਲੇਨ ਦੇ ਅੰਦਰ ਪੁੱਟ ਕਰ ਦੇਣਾ ਹੈ ax1 b y1 c z1 d ਅਪੋਨ ਚ ਕੀ ਲਿਖਣਾ ਹੈ √a² b² c²। ਨੈਕਸਟ ਹੈ ਐਂਗਲ ਬਿਟਵੀਨ ਦਾ ਪਲੇਨਸ। ਦੋ ਪਲੇਨਸ ਦੇ ਵਿੱਚ ਐਂਗਲ ਫਾਈਂਡ ਆਊਟ ਕਰਨਾ ਹੈ ਭਾਵੇਂ ਉਹਨਾਂ ਦੇ ਨਾਰਮਲ ਵੈਕਟਰਸ ਦੇ ਵਿੱਚ ਫਾਈਂਡ ਆਊਟ ਕਰੋ ਚਾਹੇ ਦੋ ਪਲੇਨਸ ਦੇ ਵਿੱਚ ਦੇਖੋ ਤਾਂ ਕੀ ਹੋਊਗਾ ਐਂਗਲ ਹਮੇਸ਼ਾ ਸੇਮ ਜਿਵੇਂ ਆਪਾਂ ਡਾਟ ਪ੍ਰੋਡਕਟ ਵਾਲਾ ਫਾਰਮੂਲਾ ਕੀਤਾ ਸੀ cos θ n vector dot n2 vector upon n1 the magnitude and n2 the magnitude। ਇਹ ਦੋ ਪਲੇਨਸ ਪਰਪੈਂਡੀਕੁਲਰ ਹੈ तो उन्होंने नॉर्मल वेक्टर्स दा डॉट प्रोडक्ट की होगा 0। इफ द प्लेन्स आर पैरेलल तो की है अपने कोल n1 वेक्टर is multiple of n2 वेक्टर। एंगल बिटवीन द लाइन एंड प्लेन जदों पर लाइन ते प्लेन दे विच एंगल फाइंड आउट करना होवे तो किवें तो देखो लाइन ते एंगल दिता होया है जदों कदे भी आपां एंगल फाइंड आउट करना है हमेशा की फार्मूला लाउने आपां cos θ बट जो प्लेन ते लाइन दे विच एंगल फाइंड आउट करना आपां की यूज करना है sin θ n वेक्टर डॉट d वेक्टर अपॉन n वेक्टर दा मैग्नीट्यूड एंड d वेक्टर दा मैग्नीट्यूड। नॉर्मल वेक्टर लेना है एंड इधरों आपां पैरेलल वेक्टर लेना। देखो डिस्टेंस बिटवीन टू पैरेलल प्लेन्स दो पैरेलल प्लेन्स दे विच डिस्टेंस किवें फाइंड आउट करांगे तो देखो d - d डैश अपॉन √a² b² c² कंडीशन की होनी चाहिए है आ वाले अपने कोल कंपोनेंट्स की होनी चाहिए है सेम a b and c। नेक्स्ट है फुट ऑफ परपेंडिकुलर फ्रॉम अ पॉइंट टू अ प्लेन तो आप इसनु किवें लिखना है तो देखो अपने कोल पॉइंट की दिता होया है x1 y1 z1 एंड प्लेन दी इक्वेशन दिती हुई है ax by cz d equal to 0। तो किवें करना है x - x1 की है जेड़ा अपना पॉइंट दिता हुआ है अपॉन अपने कोल कोएफिशिएंट ऑफ x y minus y1 अपॉन कोएफिशिएंट ऑफ y z इथों z1 अपॉन कोएफिशिएंट ऑफ z इक्वल टू माइनस अपॉन च की लिखना है a² b² c² दा सम एंड इधर की लिखना है ऊपर माइनस द साइन एंड इस पॉइंट नु इस प्लेन दे अंदर पुट कर दो। नेक्स्ट है इमेज ऑफ द पॉइंट इन द प्लेन गिवन दिस। इनु ਆਪਾਂ सेम इसी तरीके ਨਾਲ फाइंड आउट करना है जस्ट द डिफरेंस इज ਇੱਥੇ माइनस ਲੱਗਿਆ ਇੱਥੇ ਆਪਣੇ ਕੋਲ ਕੀ ਹੈ -2 ਤਾਂ ਦੇਖੋ ਕਿਵੇਂ ਲਿਖਾਂਗੇ x - x1 x माइनस ਜਿਹੜਾ ਆਪਣੇ ਕੋਲ ਪੁਆਇੰਟ ਦਿੱਤਾ ਹੋਇਆ ਉਹ अपॉन x ਦਾ ਕੋਐਫੀਸ਼ੀਐਂਟ y माइनस ਇੱਥੋਂ y1 ਚੱਕਣਾ ਹੈ ਐਂਡ ਥੱਲੇ y ਦਾ ਕੋਐਫੀਸ਼ੀਐਂਟ z minus z1 upon coefficient of z। तो देखो -2 इस पॉइंट नु प्लेन दे अंदर पुट करो अपॉन अपने कोल की आ गया a² + b² + c²
ਤੇ ਇਸ ਨੂੰ ਸੋਲਵ ਕਰਕੇ ਆਪਣੇ ਕੋਲ ਇਸ ਸਾਈਡ ਕੀ ਆ ਜਾਊਗਾ, ਇੱਕ ਸਕੇਲਰ ਆ ਜਾਊਗਾ। ਜਦੋਂ ਆਪਾਂ ਇੱਥੇ ਪੁੱਟ ਕਰ ਦਾਂਗੇ ਤਾਂ ਆਪਣੇ ਕੋਲ ਇੱਥੇ ਕੀ ਆ ਜਾਊਗਾ, ਇੱਕ ਸਕੇਲਰ ਆ ਜਾਊਗਾ। ਤੇ ਫਿਰ ਆਪਾਂ ਫਰਸਟ ਵਾਲੀ ਚੀਜ਼ ਨੂੰ ਇਹਦੇ ਨਾਲ ਇਕੁਏਟ ਕਰਾਂਗੇ, ਉੱਥੋਂ ਆਪਣੇ ਕੋਲ ਆਊਗਾ x, ਫਿਰ y ਵਾਲੇ ਹਿੱਸੇ ਨੂੰ ਇਹਦੇ ਇਕੁਏਟ ਕਰਾਂਗੇ, ਉੱਥੋਂ y, ਫਿਰ z ਵਾਲੇ ਨੂੰ ਇੱਥੋਂ ਆ ਜਾਊਗਾ ਆਪਣੇ ਕੋਲ z ਦਾ ਆਨਸਰ। ਤਾਂ ਆਪਣੇ ਕੋਲ ਇਸ ਤਰ੍ਹਾਂ ਇਮੇਜ ਆਫ ਦ ਪੁਆਇੰਟ ਆ ਜਾਊ। ਨੈਕਸਟ ਦੇਖੋ ਕੰਡੀਸ਼ਨ ਫॉर द टू ਲਾਈਨਸ ਟੂ ਬੀ ਕੋਪਲੇਨਰ। ਦੋ ਲਾਈਨਸ ਦੀ ਕੰਡੀਸ਼ਨ ਕਿ ਉਹ ਸੇਮ ਪਲੇਨ ਦੇ ਉੱਪਰ ਲਾਈ ਕਰਨ ਕੀ ਹੈ। ਤਾਂ ਦੇਖੋ ਆਪਣੇ ਕੋਲ ਦੋ ਇਕੁਏਸ਼ਨਸ ਦਿੱਤੀਆਂ ਹੋਈਆਂ। ਫਰਸਟ ਲਾਈਨ ਆਪਣੀ x1 y1 z2 ਤੋਂ ਪਾਸ ਕਰ ਰਹੀ ਹੈ, ਸੈਕੰਡ ਲਾਈਨ x2 y2 z2 ਤੋਂ। ਫਰਸਟ ਲਾਈਨ ਦਾ ਪੈਰਲਲ ਵੈਕਟਰ ਹੈ d1 d2 d3 ਐਂਡ ਨੈਕਸਟ ਲਾਈਨ ਦਾ d1 dash d2 dash and d3 dash। ਤਾਂ ਆਪਣੇ ਕੋਲ ਕੀ ਕੰਡੀਸ਼ਨ ਆਪਾਂ ਚੈੱਕ ਕਰਨੀ ਹੈ, x2 x1 y2 y1 z2 z1 ਐਂਡ ਥੱਲੇ ਕੀ ਲੈਣੇ ਹੈ, ਸੈਕੰਡ ਰੋ ਚ ਆਪਾਂ ਇਹਦੇ ਪੈਰਲਲ ਵੈਕਟਰ ਐਂਡ ਥਰਡ ਰੋ ਚ ਆਪਾਂ ਨੈਕਸਟ ਲਾਈਨ ਦਾ ਪੈਰਲਲ ਵੈਕਟਰ। ਜੇ ਇਸ ਚੀਜ਼ ਦਾ ਡਿਟਰਮੀਨੈਂਟ ਦਾ ਆਨਸਰ 0 ਆ ਰਿਹਾ ਹੈ, ਇਟ ਮੀਨਸ ਇਹ ਦੋਵੇਂ ਲਾਈਨਸ ਕੀ ਆਪਣੇ ਕੋਲ ਕੋਪਲੇਨਰ। ਨੈਕਸਟ ਦੇਖੋ ਆਪਣੇ ਕੋਲ ਜੋ ਲਾਈਨ ਹੈ ਐਂਡ ਪਲੇਨ ਹੈ, ਕੀ ਕੰਡੀਸ਼ਨਸ ਹੋ ਸਕਦੀਆਂ। ਦੇਖੋ ਲਾइन इंटरसेक्ट करके जा रही है, की हो सकता है कि लाइन उस प्लेन दे ऊपर लाए करे या वो लाइन की होवे उस प्लेन दे पैरेलल। जी लाइन उस प्लेन दे पैरेलल है, अपने को इस लाइन है, लाइन किथों पास कर रही है ए पॉइंट तो एंड इदा पैरेलल वेक्टर अपने को की हुंदा है इस लाइन दा d वेक्टर एंड इस प्लेन दे नॉर्मल वेक्टर की है n वेक्टर। तो n डॉट d हमेशा की होगा 0। जी लाइन लाइज ऑन द प्लेन n वेक्टर डॉट d वेक्टर 0 होगा एंड नाल की होगा जो पॉइंट तो ये लाइन पास कर रही है उस पॉइंट नू अपने प्लेन दी इक्वेशन की करूंगी सैटिस्फाई। तो इस a पॉइंट अपना की है प्लेन दे ऊपर भी है, तो प्लेन दी इक्वेशन नू की करूंगा सैटिस्फाई। That's all for today. Deltas. Hit like if you like this video and comment down which topic you want next to be discussed. Till then, keep learning, keep growing. Meet you in the next video.